ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਹੁਣ ਤੀਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਵਿਚਾਰ ਕਰਦੇ ਕਰਦੇ 462 ਅੰਗ ਤੱਕ ਪਹੁੰਚੇ ਹਾਂ। ਕਿਉਂਕਿ 462 ਅੰਗ ਤੇ ਆਸਾ ਕੀ ਵਾਰ ਦੀ ਬਾਣੀ ਅੰਕਿਤ ਹੈ, ਦਰਜ ਹੈ। ਇਸ ਆਸਾ ਕੀ ਵਾਰ ਦੀ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਹਦੇ ਸੰਬੰਧੀ ਕੁਝ ਇਤਿਹਾਸਕ ਪਿਛੋਕੜ ਦੱਸਣਾ ਜ਼ਰੂਰੀ ਹੈ। ਇੱਕ ਤਾਂ ਜਿਹੜੀ ਵਾਰ ਹੁੰਦੀ ਹੈ ਉਹ ਪੌੜੀਆਂ ਉੱਤੇ ਆਧਾਰਿਤ ਹੁੰਦੀ ਹੈ। ਜਿਤਨੇ ਵੀ ਢਾਡੀ ਲੋਕ ਵਾਰਾਂ ਗਾਉਂਦੇ ਨੇ ਉਹ ਪੌੜੀਆਂ ਹੀ ਗਾਉਂਦੇ ਹਨ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਪੌੜੀਆਂ ਤੇ ਆਧਾਰਿਤ ਵਾਰ ਸੀ ਤੇ ਸ਼ਲੋਕ ਕਦੋਂ ਲੱਗੇ। ਪਰ ਇਸ ਵਾਰ ਦੀ ਇਹ ਵਿਲੱਖਣਤਾ ਹੈ ਕਿ ਇਹਦੇ ਸਿਰਲੇਖ ਵਿੱਚ ਲਿਖਿਆ ਹੈ ਕਿ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਇਹਦਾ ਮਤਲਬ ਇਹਨਾਂ ਪੌੜੀਆਂ ਦੇ ਨਾਲ ਜਿਹੜੇ ਸ਼ਲੋਕ ਹਨ ਇਹ ਆਰੰਭ ਤੋਂ ਹੀ ਲਿਖੇ ਹੋਏ ਹਨ, ਜਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਾਮਸਰ ਨਾਮੀ ਅਸਥਾਨ ਤੇ ਸ਼੍ਰੀ ਅੰਮ੍ਰਿਤਸਰ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਾਈ ਤਾਂ ਗੁਰੂ ਪਾਤਸ਼ਾਹ ਜੀ ਨੇ ਇਹਨੂੰ ਤਰਤੀਬ ਦਿੱਤੀ। ਔਰ ਜਿਹੜੇ ਸ਼ਲੋਕ ਅੰਕਿਤ ਵਾਰਾਂ ਨਾਲ ਹੋਏ, ਪੌੜੀਆਂ ਨਾਲ ਹੋਏ, ਉਹ ਹਰ ਵਾਰ ਨਾਲ ਲਾਏ ਗਏ। ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਇਹ ਵਾਰ ਉਸੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਉਹ ਪੌੜੀਆਂ ਦੇ ਰੂਪ ਵਿੱਚ ਸੀ, ਪਰ ਸ਼ਲੋਕ ਬਾਅਦ ਵਿੱਚ ਰਲਵੇਂ ਮਿਲਵੇਂ ਭਾਵਾਂ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖੇ ਹਨ। ਤੇ ਜਿਹੜੇ ਸ਼ਲੋਕ ਇਹਨਾਂ ਵਾਰਾਂ ਤੋਂ ਬਚ ਗਏ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਥੱਲੇ ਦਿੱਤੇ ਗਏ। ਇਸ ਗੱਲ ਨੇ ਇਹ ਸਾਰੇ ਭੁਲੇਖੇ ਦੂਰ ਕਰ ਦਿੱਤੇ। ਭਾਵ ਪਹਿਲਾਂ ਵਾਰ ਪੌੜੀਆਂ ਦੇ ਰੂਪ ਵਿੱਚ ਹੀ ਸੀ, ਪਰ ਇਹ ਸ਼ਲੋਕ ਜੋ ਹਨ ਵੱਖ ਵੱਖ ਗੁਰੂ ਸਾਹਿਬਾਨ ਦੇ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਲਿਖਵਾਏ ਹਨ। ਤੇ ਜਿਤਨੇ ਸ਼ਲੋਕ ਪੌੜੀਆਂ ਤੋਂ ਵਾਰਾਂ ਤੋਂ ਬਚੇ ਉਹ ਅਖੀਰ ਤੇ ਜਿਸ ਜਿਸ ਗੁਰੂ ਸਾਹਿਬਾਨ ਦੇ ਸਨ ਉਸ ਸਿਰਲੇਖ ਥੱਲੇ ਅੰਕਿਤ ਕਰ ਦਿੱਤੇ। ਤੋ ਇਹ ਜਿਹੜੀ ਵਾਰ ਹੈ ਜਿਸ ਨੂੰ ਆਸਾ ਕੀ ਵਾਰ ਕਿਹਾ ਜਾਂਦਾ ਹੈ, ਇਹਦੇ ਵਿੱਚ ਇਹ ਵਿਲੱਖਣਤਾ ਹੈ ਕਿ ਇਹਦੇ ਸਿਰਲੇਖ ਤੇ ਲਿਖਿਆ ਗਿਆ ਹੈ ਕਿ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਫਿਰ ਅੱਗੇ ਹੈ ਟੁੰਡੇ ਅਸਰਾਜੇ ਕੀ ਧੁਨ ਉੱਪਰ ਗਾਵਣੀ। ਇੱਥੇ ਆ ਕੇ ਹਰ ਜਗਿਆਸੂ ਦੇ ਮਨ ਵਿੱਚ ਇਹ ਖਿਆਲ ਪੈਦਾ ਹੁੰਦਾ ਹੈ ਵੀ ਇਹ ਟੁੰਡਾ ਅਸਰਾਜਾ ਕੌਣ ਸੀ, ਤੇ ਇਹਦੀ ਜਿਹੜੀ ਵਾਰ ਦੀ ਧੁਨ ਹੈ ਉਹਦੇ ਉੱਤੇ ਗਾਉਣ ਦੀ ਹਦਾਇਤ ਕੀਤੀ ਗਈ ਹੈ। ਤੋ ਬਹੁਤ ਸਾਰੇ ਇਹ ਇਤਿਹਾਸਕ ਪ੍ਰਸ਼ਨ ਹਨ ਜਿਨ੍ਹਾਂ ਦੀ ਵਿਚਾਰ ਕਰਨੀ ਸਾਡੀ ਡਿਊਟੀ ਬਣ ਜਾਂਦੀ। ਕਹਿੰਦੇ ਨੇ ਇੱਕ ਦੇਸ਼ ਦਾ ਰਾਜਾ ਸੀ ਜਿਸ ਦਾ ਨਾਮ ਸੀ ਸਾਰੰਗ। ਉਸ ਦੀ ਪਹਿਲੀ ਰਾਣੀ ਦੀ ਮੌਤ ਹੋ ਗਈ, ਜਾਂ ਇੱਕ ਰਾਣੀ ਦੇ ਹੁੰਦਿਆਂ ਉਸਨੇ ਦੂਜਾ ਵਿਆਹ ਕਰਾ ਲਿਆ, ਕਿਉਂਕਿ ਰਾਜੇ ਲੋਕ ਆਮ ਕਈ ਵਿਆਹ ਕਰਾਉਂਦੇ ਹਨ। ਤੋਂ ਪਹਿਲੇ ਰਾਣੀ ਵਿੱਚੋਂ ਇਹ ਅਸਰਾਜ ਸੀ। ਦੂਜੀ ਰਾਣੀ ਵਿੱਚੋਂ ਕੁਝ ਹੋਰ ਬੱਚੇ ਹੋਏ ਜਿਨ੍ਹਾਂ ਦਾ ਨਾਮ ਸੁਲਤਾਨ ਰਾਏ, ਸਰਦੂਰ ਰਾਏ ਕਿਹਾ ਜਾਂਦਾ। ਤੋ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਲਿਖਿਆ। ਅਸੀਂ ਉਸ ਤੱਤ ਸਾਰ ਵੱਲ ਜਾਂਦੇ ਹਾਂ
भी असराज का जिक्र क्यों आया। कहते ने कि राजे लोग अपने बच्चों नूं जन्म लैण तो बाद कुछ समा आम लोगों तो वखरे ट्रेनिंग देण वास्ते रखिया करते सन। उस समय नूं कईयां ने 12 साल लिखिया, कईयां ने उस तो ज़्यादा लिखिया। उन्हें समय विच वो राजकुमार आम लोगों विच आंदे जांदे मिलते नहीं सन। उन्हां नूं विशेष तौर ते उस्ताद कई तरह की ट्रेनिंग, सलीका, तरीका, विधि विवत समझाया करते सन। तो जदों असराज पर जवानी की उम्र विच वो सारी ट्रेनिंग लैण तो बाद बाहर आया तो वो अपने पिता नूं मत्था टेकिया, महलों विच अपनियां मातावां नूं मत्था टेकण गया। पर जदों राजा सारंग दी उस नव विआही राणी दे सामने गया, उन्होंने मत्था टेकिया माता जान के, क्योंकि पिता की घरवाली माता है। पर उस राणी ने जदों असराज का सुंदर स्वरूप देखिया, उहदी ढील डौल चेहरा मोहरा देख के वो इहदे ते मोहित हो गई अते उसने अपनी नीयत नूं बदनीयत विच बदल के असराज नूं मंद भावना नाल वरतना चाहया। पर असराज ने कहा कि तू मेरी माता है, तैनू ऐसा सोचना शोभदा नहीं। पर उस इस्त्री ने अपनी मंद भावना नूं नहीं बदलिया ते राजे दे कोल असराज दे विरुद्ध कई झूठियां तोहमतां ला के शिकायत कर दित्ती। नतीजे वजों राजा गुस्से विच आ गया। उन्हें बहुत ही दीर्घ दृष्टि नाल नहीं सोचा ते हुक्म कर दिता कि असराज नूं कतल कर दिता जाए, इनू फांसी दे दी जाए। वजीर बड़ा सियाणा सी, वो समझदा सी, पर उस वेले राजे नूं समझाउणा बड़ा मुश्किल सी। वो असराज नूं नाल लैके, जलादां नूं नाल लैके राज तो बाहर किसी भयानक जंगल में चला गया। उसने असराज नूं कतल नहीं कराया, बल्कि असराज का एक हथ वढ़ के निशानी वजों ते असराज नूं खूह विच धक्का दे दिता। कहंदे ने राजे नूं ते उसका हथ वका के तसली कराती कि असीं उहनूं मार रहे। हुण वो असराज खूह विच पिया। कहंदे ने कुछ पशुआं दे व्यापारी जो अपने पशुआं दे समेत विचरदे होए जंगल विचों लंघ रहे सन, उस खूह विचों पानी कढ़ण लई डोल लटकाया ते विच एक बंदा देखिया। उस नूं देख के पुछया भी तू कौन है? कहंदा मैनूं बाहर कढो, मैं सब कुछ दसांगा। उन्होंने बाहर कढ़िया, उन्हें अपनी सारी विथया सुनाई। उन्हां वणजारियां विचों एक वणजारा उन्होंने नाल लै तुरिया। छोटे छोटे राज हुंदे सन। उस राज की हद टप के अगले राज विच प्रवेश किया। उत्थे असराज नूं एक धोबी कोल वेच दिता। हुण असराज उस धोबी का गुलाम है ते उत्थे उहदी सेवा करदा। धोबी उस तो की काम लैंदा कि बल्द दे उत्ते मैले कपड़े लद दिंदा है ते उहनूं कहंदा भी चल इहनूं पानी दे कंढे जिथे भी वो कपड़े धोंदा सी लै चल। ये ड्यूटी असराज करदा। कुदरती उस देश का राजा संतानहीन मर गया। उसकी कोई संतान नहीं सी। धर्मी वजीरां ने मीटिंग की भी हुण किवें कीता जाए। उन्होंने आपस में फैसला किया कि शहर दे
दरवाजे बंद कर दिते जाण ते जिहड़ा बंदा सब तो पहला दरवाजा आके खटखटाएगा उस नूं राज दिता जाए। कुदरती नेत अद्धी रात के समय धोबी का बैल खुल गया ते धोबी ने असराज नूं बैल लभण वास्ते भेजे। हुण वो ड्यूटी का पालन करदा बैल लभदा लभदा उस दरवाजे तक पहुंचा। उहदी किस्मत जागी। ये सब तो पहला आदमी सी जिहड़ा उस दरवाजे ते पहुंचा। कईयां ने लिखता जी उहदे टुंड नाल दरवाजा खुल गया, जंदरा खुल गया। ऐसा नहीं, असी तत्त वस्तु लैनी। वजीरां ने अपने बंदे बिठाए हुए सन। असराज नूं पकड़ के वजीरां को लै गए। उन्हें आख्या ठीक है, परमात्मा वालों इनू राज दिता जाना। राजे का पुत्र तो है ही सी, राज प्रबंध के गुण तो उहदे विच है ही सन। तो इस तरह असराज नूं उस देश का राजा बना दिता गया। हुण वो धर्मी राजा राज करन लगे। कहंदे ने कोई समा पा के आंढ गुआंढ के राजां विच काल पै गई ते काल पैण करके फसल नहीं होई, अन्नदाना नहीं होया, प्रजा भुखी मरन लगी। पर असराज के राज विच क्योंकि कुछ नहरां दा कुछ पानी का प्रबंध चंगा सी, इत्थे काल नहीं पिया, इत्थे फसलां चंगियां होईयां। गुआंढी राजे अपनी प्रजा वास्ते इहदे कोलों अनाज मुल लैके गए। तो असराज दे पिता सारंग दे राज विचों भी उहदे वजीर अन्न लैण वास्ते आए। असराज ने वजीर नूं पछाण लिया। अपने पिता का वजीर होण करके उहदा बहुत आदर किया, उहदी बड़ी टहल सेवा की ते पुछया दसो की हुक्म है। कहंदे ने उसने दस्या कि साडे देश विच काल पै गया ते तुहाडे कोल अन्न वाधू है, सानू कीमत लैके दे। असराज ने जिन्ना अन्न उन्हां नूं चाहीदा सी ओह दिता ते कीमत भी ना लई। कहन लगा पिता दे राज दी प्रजा खाएगी, वो भी मेरी प्रजा, इसलिए मैं कोई कीमत नहीं लैनी। वजीर लोड़ दा अन्न लैके जदों वापस पहुंचा ते उन्हें सारंग राजे नूं सारी विथया सुनाई। उदों तीकर राजे दा मन असराज बारे सारे भुलेखियां तो निवृत्त हो चुका सी, क्योंकि बंदा कई बारी जोश विच होश गवा लैंदा है, सोचण दी समर्था नहीं रहिंदी। पर बाद विच उहनूं समझ आ गई मैं अपने पुत्र नूं एवें अजाई मरवाया। पर अज उन्होंने बड़ी खुशी हुई जदों वजीर ने दस्या कि तेरे पुत्र असराज ने फलाने देश का राज संभालिया और उन्हें तेरी प्रजा वास्ते जितना अनाज दिता है वो बिना किसी कीमत तो दिता। ये धर्मी असराज सी। वजीर की प्रेरणा नाल हुण उस राजे ने अपने पुत्र असराज नूं वापस बुलाया। कहन लगा मेरी उम्र बहुत हो गई है, मैं हुण राज करन दे लायक नहीं, तू वो भी राज संभाल ते ये भी राज संभाल। ये सी असराज दा धर्मीपना। पर जेड़े सारंग दे दूसरी राणी विचों पुत्र सन, सरदूल राय ते सिकंदर राय, उन्होंने जंग कीता ते उस जंग विच असराज की जित हुई। तो इस तरह ढाडियां ने उहदी सिफत विच एक वार गाई ते उस वार की धुन उपर इस वार नूं गाउण की हदायत की गई।
ਇਹ ਤਾਂ ਹੈ ਇਸ ਟੁੰਡੇ ਅਸਰਾਜੇ ਕੀ ਧੁਨ ਉੱਪਰ ਕਾਮਣੀ ਦਾ ਪਿਛੋਕੜ। ਇਸ ਤੋਂ ਅੱਗੇ ਹੋਰ ਇੱਕ ਸਵਾਲ ਆਉਂਦਾ ਹੈ ਕਿ ਆਮ ਪ੍ਰੇਮੀ ਪੁੱਛ ਲੈਂਦੇ ਨੇ ਕਿ ਜਿਹੜਾ ਆਸਾ ਕੀ ਵਾਰ ਦਾ ਮੌਜੂਦਾ ਸਰੂਪ ਹੈ, ਇਹ ਜਿਹੜੇ ਸ਼ਲੋਕਾਂ ਤੋਂ ਪਹਿਲਾਂ ਛੰਤ ਪੜ੍ਹੇ ਜਾਂਦੇ ਨੇ, ਹਰ ਅੰਮ੍ਰਿਤ ਭਿੰਨੇ ਲੋਇਣਾ, ਇਹ ਕਦੋਂ ਤੇ ਕਿਸ ਨੇ ਲਾਏ? ਤੋ ਇਹਦੇ ਬਾਰੇ ਬਹੁਤੀ ਵਿਚਾਰ ਕਰਨ ਦੀ ਲੋੜ ਨਹੀਂ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਸਾਰੀ ਤਰਤੀਬ ਦਿੱਤੀ ਹੈ ਬਾਣੀ ਨੂੰ। ਦਾਸ ਤੇ ਇਹੋ ਹੀ ਦੱਸ ਸਕਦਾ ਕਿ ਇਹ ਤਰਤੀਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਇਹਨਾਂ ਛੰਤਾਂ ਨੂੰ ਦਰਜ ਕੀਤਾ, ਜਿਹੜੇ ਕਿ ਹਰ ਸ਼ਲੋਕ ਤੋਂ ਪਹਿਲਾਂ ਪੜ੍ਹੇ ਜਾਂਦੇ ਹਨ। ਇਸ ਲਈ ਇਹਨਾਂ ਸਵਾਲਾਂ ਦਾ ਜਵਾਬ ਸਹਿਜ ਸੁਭਾਏ ਇਹੋ ਹੀ ਮਿਲਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਛੰਤਾਂ ਨੂੰ, ਇਹਨਾਂ ਪੌੜੀਆਂ ਨੂੰ, ਇਹਨਾਂ ਸ਼ਲੋਕਾਂ ਨੂੰ, ਜੋ ਮੌਜੂਦਾ ਰੂਪ ਹੈ ਜਿਸ ਵਿੱਚ ਅਸੀਂ ਕੀਰਤਨ ਕਰ ਰਹੇ ਹਾਂ, ਇਹ ਬਖਸ਼ਿਸ਼ ਕੀਤੀ। ਤੇ ਹੁਣ ਇਹ ਅਸੀਂ ਰੋਜ਼ ਆਸਾ ਕੀ ਵਾਰ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸੁਣਦੇ ਹਾਂ, ਹਰ ਇਤਿਹਾਸਕ ਗੁਰਦੁਆਰੇ ਵਿੱਚ ਹੁੰਦਾ ਹੈ। ਆਓ ਰਹਿੰਦੇ ਸਮੇਂ ਵਿੱਚ ਅਸੀਂ ਇਸ ਬਾਣੀ ਦੀ ਵਿਚਾਰ ਆਰੰਭ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਮੰਗਲਾਚਰਨ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਭਾਵੇਂ ਇਸ ਦੀ ਵਿਚਾਰ ਅਸੀਂ ਆਰੰਭ ਵਿੱਚ ਵੀ ਕਰ ਚੁੱਕੇ ਹਾਂ, ਹਰ ਰਾਗ ਦੀ ਆਰੰਭਤਾ ਵਿੱਚ ਵੀ ਕਰਦੇ ਆਏ ਹਾਂ, ਪਰ ਅੱਜ ਵੀ ਇਸ ਵਿਚਾਰ ਨੂੰ ਦੁਹਰਾਉਣਾ ਬਹੁਤ ਜ਼ਰੂਰੀ ਹੈ। ਜਿਹੜਾ ਓਮ ਸ਼ਬਦ ਹੈ, ਇਹ ਵੇਦ ਕਾਲ ਤੋਂ ਚਲਾ ਆ ਰਿਹਾ। ਇਹ ਸੰਸਕ੍ਰਿਤ ਦਾ ਓਮ ਸ਼ਬਦ ਹੈ, ਜਿਸ ਵਿੱਚ ਉਹਨਾਂ ਨੇ ਇਸ ਦੇ ਅਰਥ ਬ੍ਰਹਮਾ ਵਿਸ਼ਨੂੰ ਮਹੇਸ਼ ਕਰਕੇ ਕੀਤੇ ਹਨ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹਦੇ ਆਰੰਭ ਵਿੱਚ ਇੱਕ ਲਾ ਕੇ ਇਸ ਦਾ ਨਿਰਣਾ ਕਰ ਦਿੱਤਾ ਕਿ ਇੱਕ ਪਰਮਾਤਮਾ ਹੀ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਤੇ ਮਾਰਨ ਵਾਲਾ, ਉਹ ਇੱਕ ਹੈ। ਇਸ ਲਈ ਗੁਰਮਤਿ ਅਨੁਸਾਰ ਅਸੀਂ ਤਿੰਨਾਂ ਵਾਲੀ ਫਿਲਾਸਫੀ ਨੂੰ ਨਹੀਂ ਮੰਨਦੇ। ਪੈਦਾ ਕਰਨ ਦੀ ਸ਼ਕਤੀ ਵੀ ਉਸ ਇੱਕ ਵਿੱਚ ਹੈ, ਪਾਲਣ ਦੀ ਸ਼ਕਤੀ ਵੀ ਉਹਦੇ ਵਿੱਚ ਹੈ, ਤੇ ਮਾਰਨ ਦੀ ਸਮਰੱਥਾ ਵੀ ਉਹਦੇ ਵਿੱਚ ਹੈ। ਇਸ ਲਈ ਇਹਦਾ ਉਚਾਰਨ ਇੱਕ ਓਮ। ਪਰ ਜਿਹੜੀ ਉੱਪਰਲੀ ਕਾਰ ਹੈ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਉਂ ਲਾਈ ਹੈ? ਇਹਦਾ ਉਚਾਰਨ ਵੀ ਮਹਾਰਾਜ ਨੇ ਦੱਸਿਆ, ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚਿਤ। ਇਸ ਲਈ ਇਸ ਦਾ ਉਚਾਰਨ ਇੱਕ ਓੰਕਾਰ। ਇਹ ਜਿਹੜੀ ਉੱਪਰਲੀ ਕਾਰ ਹੈ, ਇਹ ਉਸ ਪਰਮਾਤਮਾ ਦੀ ਸਰਵ ਵਿਆਪਕਤਾ ਦੀ ਸੂਚਤ ਹੈ। ਅੱਗੇ ਹੈ ਸਤ ਨਾਮ। ਉਸ ਦਾ ਜੋ ਨਾਮ ਹੈ ਉਹ ਸਦਾ ਸत्य ਹੈ, ਹੋਂਦ ਵਾਲਾ ਹੈ। ਔਰ ਇਹ ਸत्य ਦਾ ਮਤਲਬ ਸੱਸਾ ਤੱਤਾ ਯਈਆ ਸत्य, ਸਦਾ ਸਤ, ਹੋਂਦ ਵਾਲਾ। ਕਿਉਂਕਿ ਗੁਰਬਾਣੀ ਵਿੱਚ 7 ਅੱਖਰ 3 ਰੂਪਾਂ ਵਿੱਚ ਆਉਂਦਾ ਹੈ। ਇੱਕ ਸਤ ਤੱਤੇ ਨੂੰ ਸਿਆਰੀ ਨਾਲ, ਇੱਕ ਸਤ ਤੱਤੇ ਨੂੰ ਔਂਕੜ ਨਾਲ, ਇੱਕ ਸਤ ਤੱਤਾ ਮੁਕਤਾ। ਤੋ ਇਸ ਕਰਕੇ ਜਿਹੜਾ ਸਤ ਸਿਆਰੀ ਨਾਲ ਹੈ, ਇਹਦਾ ਮਤਲਬ ਹੈ ਹੋਂਦ ਵਾਲਾ, ਹਸਤੀ ਵਾਲਾ। ਜਿਹੜਾ ਸਤ ਤੱਤੇ ਨੂੰ ਔਂਕੜ ਵਾਲਾ ਹੈ, ਉਹ ਆਚਰਨ, ਕਰੈਕਟਰ ਜਾਂ ਦਾਨ ਆਦਿ ਕਰਨ ਵਾਲਾ ਹੈ। ਤੇ ਜਿਹੜਾ ਸਤ ਤੱਤਾ ਮੁਕਤ ਹੈ, ਉਹ ਗਿਣਤੀ ਦੇ 7 ਦਾ ਸੂਚਕ ਹੈ। ਇੱਕ ਓੰਕਾਰ ਸਤਨਾਮ। ਉਸ ਵਾਹਿਗੁਰੂ ਦਾ ਨਾਮ ਸਦਾ ਸਤ ਹੈ, ਤਥਾ ਉਹ ਸਦਾ ਸਤ ਹੈ, ਨਾਮ ਰੂਪ ਹੈ। ਕਰਤਾ ਪੁਰਖ, ਸਾਰੇ ਸੰਸਾਰ ਦਾ ਕਰਤਾ ਹੈ, ਕਰਨ ਵਾਲਾ, ਬਣਾਉਣ ਵਾਲਾ ਹੈ।
पर ऐसा करता है जो अपनी रचना दे विच विराजमान है, व्यापक है, सब तो ਵੱਡਾ है, ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਨਿਰਵੈਰ, ਸਭ ਜੀਵ ਉਸ ਤੇ ਪੈਦਾ ਕੀਤੇ ਹੋਏ ਨੇ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ, ਮੂਰਤ ਦੇ ਅੱਖਰ ਨੂੰ ਸੁਣ ਕੇ ਕਈਆਂ ਨੂੰ ਝਿਜਕਾਉਂਦੀ ਕਿ ਮੂਰਤੀ ਤੋਂ ਕੀ ਪਾ, ਨਹੀਂ, ਇੱਥੇ ਮੂਰਤ ਦਾ ਅਰਥ ਹੈ ਹਸਤੀ, ਵਿਅਕਤੀਤਵ। ਉਸ ਪਰਮਾਤਮਾ ਦੀ ਜੋ ਹਸਤੀ ਹੈ ਉਹ ਕਾਲ ਦੀ ਪਕੜ ਤੋਂ ਰਹਿਤ ਹੈ। ਅਸੀਂ ਸਭ ਜੰਮਣ ਮਰਨ ਦੇ ਚੱਕਰ ਵਿੱਚ ਹਾਂ, ਪਰ ਵਾਹਿਗੁਰੂ ਜੋ ਹੈ ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ, ਉਹ ਇਸ ਅਵਸਥਾ ਤੋਂ ਰਹਿਤ। ਫਿਰ ਅਜੂਨੀ, ਉਹ ਜੂਨੀਆਂ ਵਿੱਚ ਵੀ ਨਹੀਂ ਆਉਂਦਾ। ਸਹਿ ਭੰਗ, ਸੁਤੇ ਪ੍ਰਕਾਸ਼, ਉਹ ਕਿਸੇ ਤੋਂ ਪੈਦਾ ਨਹੀਂ ਹੋਇਆ, ਪਰ ਉਸ ਦੀ ਸੋਝੀ, ਉਸ ਦਾ ਗਿਆਨ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਹੁੰਦਾ ਹੈ। ਗੁਰਬਾਣੀ ਵਿੱਚ ਪ੍ਰਸਾਦ ਵੀ 3 ਰੂਪਾਂ ਵਿੱਚ ਆਉਂਦਾ। ਇੱਕ ਪ੍ਰਸਾਦ ਦੱਦੇ ਨੂੰ ਸਿਆਰੀ ਨਾਲ ਹੈ, ਇੱਕ ਪ੍ਰਸਾਦ ਦੱਦਾ ਔਂਕੜ ਹੈ, ਇੱਕ ਪ੍ਰਸਾਦ ਦੱਦਾ ਮੁਕਤਾ ਵੀ ਹੈ। ਤੋ ਇਸ ਲਈ ਇਸ ਦਾ ਉਚਾਰਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਤੋਂ ਅਗਲੀ ਵਿਚਾਰ ਫਿਰ ਕੀਤੀ ਜਾਏਗੀ। ਸਮਾਂ ਹੋ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।